जिंदाबाद। बीजेपी ने थल्ले मुर्दाबाद मुर्दाबाद मुर्दाबाद। बीजेपी ने थल्ले मुर्दाबाद मुर्दाबाद। बीजेपी आगू अपनी शब्दावली जी ठीक रखन, नहीं तो जो अज असी इत्थे कीता असी बाकी प्रोटेस्ट जिहड़े बाकी आने वाले समय जो पंजाब के किसानों के खिलाफ बोलेगा इस तरह ही असी करांगे। अगली रणनीति असी तय करांगे जो कि पंजाब का होर आगू किसानों के खिलाफ बोलेगा। बयानबाजी सोच समझ के करो, नहीं तो आने वाले समय में घरां चों तुहाडा निकलना बंद हो जाएगा। एक गल समझाउण आया, अज इशारा देण आया, इस तो वध इस तो होर वध चढ़ के असीं तुहाडे कोल आवांगे जी। गिनती के नौजवान है, सिर्फ एक ट्राली लैके आए हैं। इस तो अगला एक्शन इस तो भी जबरदस्त होएगा, किवें दा होएगा आने वाला समा तय करेगा। पर यह आवाज़ हुण अपनी वो गलतियां दोबारा ना दोहराउण। जिन्ने नीवें पद्धर की उन्हें शब्दावली वरती सी ਜਾਂ जिन्ने नीवें पद्धर का उन्हें बयान दिता सी उन्ने ही नीवें पद्धर की चीज़ असीं उन्होंने उत्थे देना चाहुंदे ते दसना चाहुंदे भी साडी पिकनिक इत्थों शुरू होंदी है। ਪੰਜਾਬ ਸਰਕਾਰ ਦਾ ਜੋ ਰਵੱਈਆ ਹੈ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ, ਕਿਸਾਨਾਂ ਦੇ ਨਾਲ ਡਟੇ ਹੋਏ ਹਾਂ, ਪਰ ਕੈਪਟਨ ਦੀ ਖਾਕੀ ਉੱਤੋਂ ਇਦਾਂ ਦੇ ਪਰਚੇ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਗੋਹੇ ਦੇ ਮੁਸਕ ਨਾਲ ਕਿਸੇ ਬੰਦੇ ਦੀ ਡੈਥ ਹੋ ਜੂਗੀ? ਕੀ ਲੱਗਦਾ ਤੁਹਾਨੂੰ? ਦੇਖੋ, ਸਾਨੂੰ ਜਾਣ ਤੋਂ ਪਹਿਲਾਂ ਇਹ ਗੱਲ ਪਤਾ ਨਹੀਂ ਸੀ ਕਿ ਜਿਹੜਾ ਅਸੀਂ ਕੰਮ ਕਰਨ ਚੱਲੇ ਹਾਂ ਕੋਈ ਇੰਨੀ ਖਤਰਨਾਕ ਚੀਜ਼ ਤੇ ਇੰਨੀਆਂ ਖਤਰਨਾਕ ਧਾਰਾਵਾਂ ਇਹਦੇ ਤੇ ਲੱਗਦੀਆਂ ਨੇ। ਪਹਿਲੀ ਵਾਰ ਇਦਾਂ ਹੋਇਆ ਕਿ ਕਿਸੇ ਦੇ ਘਰ ਤੁਸੀਂ ਗੋਹਾ ਸੁੱਟੋ ਤੇ ਉੱਥੇ ਧਾਰਾ 307 452 506 148 149 ਲੱਗ ਜਾਂਦੇ, ਜਿਹੜੀਆਂ ਕਿ ਸਾਰੀਆਂ ਦੇ ਸਾਰੀਆਂ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਸ ਚੀਜ਼ ਨਾਲ ਰਲਦੀਆਂ ਹੈ ਕਿ ਤੁਹਾਡੇ ਕੋਲ ਕਿਸੇ ਨੂੰ ਮਾਰਨ ਵਾਲੇ ਹਥਿਆਰ ਸੀ ਤੇ ਤੁਸੀਂ ਕਿਸੇ ਨੂੰ ਮਾਰਨ ਦੀ ਮਨਸ਼ਾ ਨਾਲ ਗਏ ਸੀ। ਸੋ ਇਹਨਾਂ ਨੂੰ ਇਹ ਪਰਚੇ ਜਿਹੜੇ ਆ ਝੂਠੇ ਨਹੀਂ ਕਰਨੇ ਚਾਹੀਦੇ। ਜੇ ਕਰਨੇ ਨੇ ਤਾਂ ਇਹੋ ਜਿਹੇ ਝੂਠੇ ਭਾਵੇਂ ਤੁਸੀਂ 20 ਵਾਰੀ ਕਰ ਦਿਓ, ਪਰ ਜਿਹੜਾ ਵੀ ਬੰਦਾ ਕਿਸਾਨਾਂ ਦੇ ਖਿਲਾਫ ਬੋਲੇਗਾ ਉਹਦੇ ਨਾਲ ਜਿਹੜਾ ਵਿਵਹਾਰ ਆ ਉਹ ਐਵੇਂ ਦਾ ਹੀ ਹੋਊਗਾ। ਸਾਨੂੰ ਤਾਂ ਇਹ ਵੀ ਗੱਲ ਲੱਗੀ ਹੈ ਕਿ ਗੋਹੇ ਦਾ ਜਿਹੜਾ ਧਮਾਕਾ ਦਿੱਲੀ ਤੱਕ ਹੋਇਆ ਹੈ। ਉਹਨੂੰ ਇੰਝ ਲੱਗਦਾ ਹੈ ਕਿ ਮੇਰਾ ਗੁਜਰਾਤ ਤੋਂ ਜਿਹੜਾ ਰੱਥ ਸ਼ੁਰੂ ਹੋਇਆ ਹੈ, ਜਿਹੜਾ ਲਗਾਤਾਰ ਚੜ੍ਹਦਾ ਹੀ ਜਾ ਰਿਹਾ, ਜਿਹੜਾ ਮਛਰਿਆ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਵੜ ਜਾਂਦਾ, ਕਦੀ ਬੰਗਾਲ ਦੇ ਵਿੱਚ ਵੜ ਗਿਆ, ਕਦੀ ਮੁਸਲਮਾਨਾਂ ਖਿਲਾਫ ਹੋ ਗਿਆ, ਕਦੀ ਕਸ਼ਮੀਰੀਆਂ ਖਿਲਾਫ ਹੋ ਗਿਆ, ਤੇ ਹੁਣ ਉਹ ਕਿਸਾਨਾਂ ਖਿਲਾਫ ਹੋਇਆ ਸੀ। ਪਰ ਉਹਨੇ ਇਹ ਭੁੱਲ ਗਿਆ ਕਿ ਕਿਸਾਨ ਉਹ ਕਲਾਸ ਆ ਜਿਹੜੀ ਹਰ ਵਕਤ ਇਹੋ ਜਿਹੇ ਭੂਤਰੇ ਸਾਨਾਂ ਨੂੰ ਨੱਥ ਪਾਉਣਾ ਜਾਣਦੀ ਆ, ਤੇ ਜੇ ਮੋਦੀ ਜਿਹੜਾ ਇਹਦੇ ਸਾਨ ਨੂੰ ਵੀ ਨਾਸੋਂ ਫੜ ਕੇ ਨੱਥ ਪਾਉਣੀ ਪਏ ਤਾਂ ਕਿਸਾਨ ਪਾ ਲੈਣਗੇ। ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਕਿਸਾਨ ਤਕਰੀਬਨ 1.5 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਬੀਜੇਪੀ ਦੇ ਆਗੂਆਂ ਵੱਲੋਂ ਜਾਂ ਮੋਦੀ ਭਗਤਾਂ ਵੱਲੋਂ ਕਿਸਾਨਾਂ ਦੇ ਖਿਲਾਫ ਸਮੇਂ-ਸਮੇਂ ਦੇ ਮੁਤਾਬਕ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਦਾ ਵਿਰੋਧ ਵੀ ਹੁੰਦਾ। ਉਹ ਚਾਹੇ ਸੋਸ਼ਲ ਮੀਡੀਆ ਤੇ ਦੇਖ ਲਈਏ, ਚਾਹੇ ਸਾਡੇ ਪੰਜਾਬ ਦੇ ਨੌਜਵਾਨਾਂ ਵੱਲੋਂ ਵੀ ਉਹਨਾਂ ਦਾ ਵਿਰੋਧ ਕੀਤਾ ਜਾਂਦਾ। ਸਾਡੇ ਨਾਲ ਪਰਮਜੀਤ ਸਿੰਘ ਮੰਡ ਨੇ ਵੀਰ ਜੋ ਕਿ ਹੁਸ਼ਿਆਰਪੁਰ ਤੋਂ ਪਹੁੰਚੇ ਨੇ। ਤਿਕਸਨ ਸੂਦ ਨੇ ਕਿਸਾਨਾਂ ਤੇ ਬਿਆਨ ਦਿੱਤਾ ਸੀਗਾ ਕਿ ਉਹ ਪਿਕਨਿਕ ਮਨਾਉਣ ਗਏ ਨੇ, ਦਿੱਲੀ ਮौज ਮਸਤੀਆਂ ਕਰ ਰਹੇ ਨੇ ਤੇ ਵੀਰ ਵੱਲੋਂ ਉਸ ਦੇ ਵਿਰੋਧ ਵਿੱਚ ਉਹਨਾਂ ਦੇ ਘਰ ਦੇ ਅੱਗੇ ਗੋਹੇ ਦੀ ਟਰਾਲੀ ਲਾਈ ਗਈ ਸੀ। ਵੀਰ ਤੇ 307 ਦੇ ਪਰਚੇ ਦਰਜ ਹੋਏ ਸੀਗੇ। ਵੀਰ ਨੇ ਸਾਡੇ ਨਾਲ ਕਰਦੇ ਆਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਵੀਰ ਜੀ, ਕਿੱਦਾਂ ਦਾ ਉਹ ਹੋਇਆ ਸੀਗਾ ਵਾਕਿਆ, ਉਹਦੇ ਬਾਰੇ ਦੱਸੇਂਗੇ ਕੀ ਗੱਲ ਸੀਗੀ? ਉਹ ਇੱਦਾਂ ਸੀ ਕਿ ਜਿਹੜੇ ਬੀਜੇਪੀ ਆਗੂ ਨੇ ਤਿਕਸ਼ਨ ਸੂਦ, ਜਿਹੜੇ ਕਿ ਬਾਦਲ ਸਾਹਿਬ ਬਣਾਉਂਦੇ OSD ਵੀ ਰਹੇ ਨੇ, ਸਲਾਹਕਾਰ ਵੀ ਰਹੇ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਆਪਣੀ ਪ੍ਰੈਸ ਕਾਨਫਰੰਸ ਕਰਦੇ ਆ। ਸਪੈਸ਼ਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਸਾਰੀ ਗੱਲ ਕਰਦੇ ਐਂਡ ਤੇ ਉਹ ਜਾ ਕੇ ਕਹਿੰਦੇ ਕਿ ਜਿਹੜੇ ਕਿਸਾਨ ਦਿੱਲੀ ਜਾ ਰਹੇ ਨੇ ਇਹਨਾਂ ਦੇ ਵਿੱਚ ਤੇ ਉਹ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਮਲਾ ਤੱਕ ਨਹੀਂ ਹੈਗਾ ਧਨੀਆ ਲਾਉਣ ਨੂੰ, ਤੇ ਖੇਤੀ ਕਿੱਥੋਂ ਕਰਨਗੇ ਜੀ। ਇਹ ਜਿਹੇ ਤੇ ਉਹ ਲੋਕ ਨੇ ਜਿਹੜੇ 2 ਗਮਲੇ ਰੱਖ ਕੇ ਤੇ ਉਹਦੇ ਵਿੱਚ ਸਬਜ਼ੀਆਂ ਬੀਜ ਕੇ ਕਹਿੰਦੇ ਅਸੀਂ ਕਿਸਾਨ ਆ ਜੀ। ਵੀ ਇਹ ਤੇ ਉਹ ਲੋਕ ਨੇ ਜਿਹੜੇ ਉੱਥੇ ਪਿਕਨਿਕ ਮਨਾਉਣ ਜਾਂਦੇ ਨੇ। ਸੋ ਇਹੋ ਜਿਹੇ ਬਿਆਨ ਉਹਨਾਂ ਨੇ ਦਿੱਤੇ ਸੀਗੇ। ਉਸ ਤੋਂ ਬਾਅਦ ਅਸੀਂ 3-4 ਦਿਨ ਜਿਹੜਾ ਉਹ ਵੇਟ ਵੀ ਕੀਤੀ, ਅਖਬਾਰਾਂ ਦੇ ਵਿੱਚ ਵੀ ਉਹ ਬਿਆਨ ਲੱਗੇ, ਵੀਡੀਓਸ ਉਹਨਾਂ ਦੀਆਂ ਘੁੰਮੀਆਂ, ਪਰ ਉਹਨਾਂ ਨੇ ਕਿਤੇ ਵੀ ਇਹਦਾ ਸਪਸ਼ਟੀਕਰਨ ਨਹੀਂ ਦਿੱਤਾ ਕਿ ਮੈਂ ਇੱਦਾਂ ਨਹੀਂ ਕਿਹਾ ਜੀ। ਜਦੋਂ ਉਹਨਾਂ ਨੇ ਇਹ ਸਾਰਾ ਕੁਝ ਅਸੀਂ ਵੇਖਿਆ ਕਿ ਉਹਨਾਂ ਨਹੀਂ ਕਿਹਾ, ਤੇ ਸਾਡੇ ਕੋਲ ਇਹ ਗੱਲ ਜਿਹੜੀ ਆ ਬਰਦਾਸ਼ਤ ਨਹੀਂ ਹੋਈ ਕਿ ਉਹ ਸਾਡੇ ਕਿਸਾਨ ਜਿਹੜੇ ਇੱਥੇ ਸੜਕਾਂ ਦੇ ਉੱਤੇ ਰੋਲ ਰਹੇ ਨੇ। ਰੋਲਣਾ ਹੀ ਕਹਾਂਗਾ ਮੈਂ ਇਸ ਚੀਜ਼ ਨੂੰ। ਕਿਹਦਾ ਜੀ ਕਰਦਾ ਜੀ ਆਪਣਾ ਘਰ ਪਰਿਵਾਰ ਬੱਚੇ ਛੱਡ ਕੇ ਤੇ ਇੱਥੇ ਬਜ਼ੁਰਗੀ ਦੇ ਵਿੱਚ ਜਿਹੜਾ ਉਹ ਇੱਥੇ ਆ ਕੇ ਬੈਠੇ ਰਹਿਣ ਸੜਕਾਂ ਦੇ ਉੱਤੇ, ਉਹ ਵੀ ਇਹੋ ਜਿਹੀ ਠੰਡ ਦੇ ਵਿੱਚ। ਤੇ ਸੰਘਰਸ਼ ਉਦੋਂ ਸ਼ੁਰੂ ਹੋਇਆ ਜਦੋਂ ਅਜੇ ਸੜਕਾਂ ਤਪਦੀਆਂ ਪਈਆਂ ਸੀ। ਸੋ ਉਹ ਤੱਤੀਆਂ ਸੜਕਾਂ ਤੋਂ ਲੈ ਕੇ ਇੱਥੇ ਹਨੇਰੀਆਂ ਠੰਡੀਆਂ ਰਾਤਾਂ ਤੱਕ ਪਹੁੰਚ ਗਏ ਨੇ ਤੇ ਲੋਕ ਕਹਿੰਦੇ ਨੇ ਕਿ ਪਿਕਨਿਕ ਚੱਲਦੀ ਪਈ ਆ। ਸੋ ਉਹਦਾ ਅਸੀਂ ਵਿਰੋਧ ਜਿਹੜਾ ਕੀਤਾ ਸੀ, ਔਰ ਉਹਦਾ ਵਿਰੋਧ ਅਸੀਂ ਉਹਦੇ ਘਰ ਦੇ ਬੂਹੇ ਦੇ ਉੱਤੇ ਜਿਹੜੀ ਗੋਹੇ ਦੀ ਟਰਾਲੀ ਸੁੱਟ ਕੇ ਕੀਤਾ ਸੀ। ਉਹਦਾ ਕਾਰਨ ਇਹ ਸੀ
ਜਿੰਨੇ ਨੀਵੇਂ ਪੱਧਰ ਦੀ ਉਹਨੇ ਸ਼ਬਦਾਵਲੀ ਵਰਤੀ ਸੀ ਜਾਂ ਜਿੰਨੇ ਨੀਵੇਂ ਪੱਧਰ ਦਾ ਉਹਨੇ ਬਿਆਨ ਦਿੱਤਾ ਸੀ, ਉਹਨੇ ਹੀ ਨੀਵੇਂ ਪੱਧਰ ਦੀ ਚੀਜ਼ ਅਸੀਂ ਉਹਨੂੰ ਉੱਥੇ ਦੇਣਾ ਚਾਹੁੰਦੇ ਤੇ ਦੱਸਣਾ ਚਾਹੁੰਦੇ ਵੀ ਸਾਡੀ ਪਿਕਨਿਕ ਇਹ ਤੋਂ ਸ਼ੁਰੂ ਹੁੰਦੀ ਆ ਜੀ। ਇਵੇਂ ਅਸੀਂ ਉੱਥੇ ਚਿਕੜੋ ਚਿਕੜੀ ਹੋਈ ਹੁੰਦੀ ਹੈ ਪੂਰੀ ਸੜਕ ਦੇ, ਜਿੱਥੇ ਸਾਡੇ ਕਿਸਾਨ ਸੌਂਦੇ ਨੇ, ਪ੍ਰਸ਼ਾਦੇ ਛਕਦੇ ਨੇ। ਜੀ ਇਹੋ ਹੀ ਉਹ ਗੋਆ ਹੈ ਜਿਹਨੂੰ ਅਸੀਂ ਰੋਜ਼ ਸਵੇਰੇ ਉੱਠ ਕੇ ਡੰਗਰਾਂ ਥੱਲੇ ਹਟਾ ਕੇ ਤੇ ਫਿਰ ਧਾਰਾਂ ਕੱਢਦੇ ਹਾਂ ਤੇ ਤੁਸੀਂ ਚਾਹਾਂ ਪੀਂਦੇ ਹੋ ਇੱਥੇ ਗਾਰਡਨ ਦੇ ਲਾਗੇ ਬਹਿ ਕੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਇਸ ਕਰਕੇ ਗੋਆ ਸੁੱਟ ਕੇ ਉਹਦਾ ਵਿਰੋਧ ਕੀਤਾ ਗਿਆ ਸੀ। ਜੀ ਪੰਜਾਬ ਸਰਕਾਰ ਦਾ ਜੋ ਰਵੱਈਆ ਹੈ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਹਾਂ, ਕਿਸਾਨਾਂ ਦੇ ਨਾਲ ਡਟੇ ਹੋਏ ਹਾਂ, ਪਰ ਕੈਪਟਨ ਦੀ ਖਾਕੀ ਉੱਤੋਂ ਇਦਾਂ ਦੇ ਪਰਚੇ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਗੋਹੇ ਦੇ ਮੁਸਕ ਨਾਲ ਕਿਸੇ ਬੰਦੇ ਦੀ ਡੈਥ ਹੋ ਜੂਗੀ? ਕੀ ਲੱਗਦਾ ਹੈ ਤੁਹਾਨੂੰ? ਇਹ ਹੁਣ CRPC ਦੇ ਵਿੱਚ ਨਵੀਂ ਧਾਰਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਇੰਪਲੀਮੈਂਟ ਕਰਨੀ ਚਾਹੀਦੀ ਆ ਕਿ ਗੋਹੇ ਦੇ ਨਾਲ ਵੀ ਬੰਦਾ ਜਿਹੜਾ ਹੈ ਮਰਨ ਦੇ ਚਾਂਸ ਹੁੰਦੇ ਆ ਤੇ ਉਹਦੇ ਉੱਤੇ ਧਾਰਾ 307 ਦਾ ਪਰਚਾ ਜਿਹੜਾ ਉਹ ਲੱਗਿਆ ਕਰੂਗਾ, ਕਿਉਂਕਿ ਇਹਨਾਂ ਲਾਤਾ ਆ ਔਰ ਲਾ ਕੇ ਬਾਅਦ ਵਿੱਚ ਕਿਹਾ ਜੀ ਨਹੀਂ ਜੀ ਇਹ ਗਲਤ ਲੱਗ ਗਈ। ਹੁਣ DGP ਸਾਹਿਬ ਉਹਨਾਂ ਨੇ ਜਿਹੜੀ ਆ ਉਹ ਲੈਟਰ ਵੀ ਪਾਈ ਆ SSP ਹੁਸ਼ਿਆਰਪੁਰ ਨੂੰ ਕਿ ਪਰਚੇ ਜਿਹੜੇ ਰੱਦ ਕੀਤੇ ਜਾਣ। ਪਰ ਪਹਿਲੀ ਵਾਰ ਇਦਾਂ ਆ ਕਿ ਕਿਸੇ ਦੇ ਘਰ ਤੁਸੀਂ ਗੋਹਾ ਸੁੱਟੋ ਤੇ ਉੱਥੇ ਧਾਰਾ 307 452 506 148 149 ਲੱਗ ਜਾਂਦੇ, ਜਿਹੜੀਆਂ ਕਿ ਸਾਰੀਆਂ ਦੇ ਸਾਰੀਆਂ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਸ ਚੀਜ਼ ਨਾਲ ਰਲਦੀਆਂ ਹੈ ਕਿ ਤੁਹਾਡੇ ਕੋਲ ਕਿਸੇ ਨੂੰ ਮਾਰਨ ਵਾਲੇ ਹਥਿਆਰ ਸੀ ਤੇ ਤੁਸੀਂ ਕਿਸੇ ਨੂੰ ਮਾਰਨ ਦੀ ਮਨਸ਼ਾ ਨਾਲ ਗਏ ਸੀ। ਹੁਣ ਗੋਆ ਜਿਹੜਾ ਆ ਉਹ ਕਿੰਨੇ ਕੁ ਬੰਦਿਆਂ ਨੂੰ ਮਾਰ ਦਿੰਦਾ, ਇਹ ਸਾਨੂੰ ਸਮਝ ਨਹੀਂ ਆਉਂਦੀ। ਜੇ ਮਾਰ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਰੇ BJP ਆਗੂ ਚੁੱਕ ਕੇ ਜੇਲ੍ਹਾਂ 'ਚ ਸੁੱਟੋ ਜਿਹੜੇ ਇਹਦਾ ਪ੍ਰਚਾਰ ਕਰਦੇ ਆ ਕਿ ਗੋਆ ਚੰਗਾ ਹੁੰਦਾ ਆ, ਗੋਏ ਦੇ ਆਹ ਗੁਣ ਆ। ਤਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਇੱਥੇ ਧਾਰਾ 307 ਲੱਗਣਗੀਆਂ। ਇਹ ਜਿਹੜਾ ਆ ਇਹ ਇਹਨਾਂ ਦੇ ਕਾਨੂੰਨ ਦੀ ਇੱਕ ਹਾਸੋ ਹੋਣੀ ਇਸ ਵਾਰ ਜਿਹੜੀ ਹੈ ਇਹਨਾਂ ਨੇ ਸਾਰੀ ਆਪਣੀ ਇਮੇਜ ਵਿਖਾਲੀ ਆ ਔਰ ਦੱਸਿਆ ਹੈ ਕਿ ਅਸੀਂ ਇਵੇਂ ਦੇ ਆ ਵੀ ਤੁਹਾਨੂੰ ਸਾਰੀ ਚੀਜ਼ ਦੀ ਵੀਡੀਓਗ੍ਰਾਫੀ ਹੋਈ ਆ। ਤੁਹਾਨੂੰ ਕੋਈ ਵੀ ਬੰਦਾ ਆ ਕੇ ਕੁਝ ਵੀ ਕਹਿ ਦੇ ਤੇ ਤੁਸੀਂ 307 ਧਾਰਾ ਲਗਾ ਦੋਗੇ। ਹੁਣ ਮੈਂ ਇੱਥੇ ਬੈਠਾ ਆ ਪੂਰਾ ਸਹੀ ਸਲਾਮਤ ਹੈ, ਕੋਈ ਮੇਰੇ ਸਰੀਰ ਤੇ ਫੱਟ ਨਹੀਂ, ਕੋਈ ਚਪੇੜ ਨਹੀਂ ਵੱਜੀ, ਕਿਸੇ ਨੇ ਚਪੇੜ ਵੱਟੀ ਤੱਕ ਨਹੀਂ। ਮੈਂ ਜਾ ਕੇ ਥਾਣੇ ਕਹਦਾ ਜੀ ਤੁਸੀਂ ਮੈਨੂੰ ਮਾਰਨ ਆ ਗਏ ਤਾਂ ਤੁਸੀਂ ਮੇਰੇ ਤੇ 307 ਦਾ ਪਰਚਾ ਰਖਾ ਦਿਓ ਸਿੱਧਾ ਬਿਨਾਂ ਤੱਥਾਂ ਤੋਂ ਹੀ। ਸੋ ਉਹ ਬਿਨਾਂ ਤੱਥਾਂ ਤੋਂ ਬਿਨਾਂ ਦੂਸਰੀ ਪਾਰਟੀ ਦਾ ਬਿਆਨ ਲਏ। ਇਹਨਾਂ ਨੂੰ ਜੇ ਇਹ ਸੀ ਕਿ ਦੂਜੇ ਹੈਗੇ ਦੂਜੀ ਪਾਰਟੀ ਦਾ ਬਿਆਨ ਲੈਂਦੇ, ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਕੰਟੈਕਟ ਕਰਦੇ। ਇਹ ਨਹੀਂ ਕਿ ਛਾਪੇਮਾਰੀ ਕਰਕੇ, ਮੈਂ ਫੇਰ ਕਹਿ ਰਿਹਾ ਉਹਨਾਂ ਨੂੰ ਫੋਨ ਕਰਦੇ, ਉਹਨਾਂ ਨੂੰ ਥਾਣੇ ਸੱਦਦੇ, ਜਿਵੇਂ ਕਰਕੇ ਉਹਨਾਂ ਦਾ ਆਪਣਾ ਪੱਖ ਲੈਂਦੇ, ਫਿਰ ਅਗਲੀ ਕਾਰਵਾਈ ਕਰਦੇ। ਪਰ ਬਿਨਾਂ ਉਸ ਚੀਜ਼ ਦੇ ਕੀਤੇ ਝੂਠੀ FIR ਲਿਖਾਈ ਗਈ। ਝੂਠੀ FIR ਦੀ ਬੁਨਿਆਦ ਹੀ ਇਸ ਚੀਜ਼ ਤੋਂ ਬਣੀ ਗਈ ਕਿ ਟਰਾਲੀ ਮਾਰ ਕੇ ਗੇਟ ਤੋੜਿਆ ਗਿਆ, ਜਿਹੜੀ ਕਿ ਸਰਾਸਰ ਝੂਠ ਸੀ। ਸੋ ਜਿਹੜੀ ਚੀਜ਼ ਦੀ ਬੁਨਿਆਦ ਝੂਠ ਦੇ ਉੱਤੇ ਬੈਠੀ ਹੋਵੇ, ਅਗਲੀ FIR ਕਿੰਨੀ ਸੱਚੀ ਹੋਵੇਗੀ ਇਹ ਅਸੀਂ ਆਮ ਅੰਦਾਜ਼ਾ ਲਾ ਸਕਦੇ ਹਾਂ। ਸੋ ਇਹੋ ਜਿਹੀਆਂ ਧਾਰਾਵਾਂ ਉਹਨਾਂ ਨੇ ਲਾਈਆਂ। ਹੁਣ ਜ਼ਬਾਨੀ ਕਲਾਮੀ ਉਹਨਾਂ ਕਿਹਾ ਹੈ ਕਿ ਰੱਦ ਕਰ ਦਿੱਤੀਆਂ ਜਾਣਗੀਆਂ, ਪਰ ਅਜੇ SIT ਬਣੀ ਆ, ਅਜੇ ਧਾਰਾਵਾਂ ਰੱਦ ਨਹੀਂ ਹੋਈਆਂ ਤੇ ਸਾਨੂੰ ਉਸ ਚੀਜ਼ ਦਾ ਕੋਈ ਦੁੱਖ ਵੀ ਨਹੀਂਗਾ। ਲੱਗੀਆਂ ਨੇ ਤੇ ਤੁਸੀਂ ਲੱਗੀਆਂ ਰਹਿਣ ਦਿਓ, ਜੋ ਤੁਹਾਡੀ ਬਣਦੀ ਕਾਰਵਾਈ ਤੁਸੀਂ ਕਰੋ। ਦੁਨੀਆ ਆਪ ਇਨਸਾਫ ਲੈਣਾ ਜਾਣਦੀ ਆ। ਸਾਡੇ ਮਗਰ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਲੋਕ ਖੜੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਇਹਨਾਂ ਨੂੰ ਇਹ ਪਰਚੇ ਜਿਹੜੇ ਆ ਝੂਠੇ ਨਹੀਂ ਕਰਨੇ ਚਾਹੀਦੇ। ਜੇ ਕਰਨੇ ਨੇ ਤਾਂ ਇਹੋ ਜਿਹੇ ਝੂਠੇ ਭਾਵੇਂ ਤੁਸੀਂ 20 ਵਾਰੀ ਕਰ ਦਿਓ, ਪਰ ਜਿਹੜਾ ਵੀ ਬੰਦਾ ਕਿਸਾਨਾਂ ਦੇ ਖਿਲਾਫ ਬੋਲੇਗਾ ਉਹਦੇ ਨਾਲ ਜਿਹੜਾ ਵਿਵਹਾਰ ਆ ਉਹ ਐਵੇਂ ਦਾ ਹੀ ਹੋਊਗਾ। ਤਰੀਕਾ ਕੋਈ ਹੋਰ ਹੋ ਸਕਦਾ ਪਰ ਵਿਰੋਧ ਹੁੰਦਾ ਰਹੇਗਾ। ਸੈਂਟਰ ਸਰਕਾਰ ਦਾ ਜੋ ਰਵੱਈਆ ਹੈ ਉਹ ਵੀ ਬਾਰ-ਬਾਰ ਕਹਿ ਰਹੇ ਨੇ ਵੀ ਕਾਨੂੰਨ ਰੱਦ ਨਹੀਂ ਹੋਣਗੇ, ਹੋਰ ਕੋਈ ਪੁਸਤਕਾਰ ਆ, ਹੋਰ ਕੋਈ ਸੁਧਾਰ ਕਰਨਾ, ਉਹ ਦੱਸੋ ਤੁਸੀਂ ਕਿੱਦਾਂ ਦਾ ਕਰਨਾ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਕੇਂਦਰ ਸਰਕਾਰ ਇਹ ਕਹਿੰਦੀ ਵੀ ਇਹਦੇ ਕਰਕੇ ਬਿੱਲ ਹੀ ਕੋਈ ਨਹੀਂ, ਇਹ 'ਚ ਗਲਤੀ ਕੋਈ ਨਹੀਂ। ਜੇ ਗਲਤੀ ਕੋਈ ਨਹੀਂ ਤੁਸੀਂ ਅਮੈਂਡਮੈਂਟ ਲਈ ਕਿਉਂ ਮੰਨ ਰਹੇ ਹੋ? ਠੀਕ ਹੈ ਜੀ। ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਕਿਸਾਨਾਂ ਦਾ ਮੂੰਹ ਮਾਂਦਰਾ ਰੱਖਣ ਦੇ ਲਈ ਜਾਂ ਉਹਨਾਂ ਦੀ ਗੱਲ ਸੁਣਨ ਦੇ ਲਈ ਤਾਂ ਮੰਨ ਰਹੇ ਆ, ਜਾਂ ਦੂਸਰਾ ਪੱਖ ਇਹ ਹੋਏਗਾ ਕਿ ਵਾਕਿਆ ਹੁਣ ਉਹਦੇ ਵਿੱਚ ਗਲਤੀਆਂ ਹੈ ਤੁਸੀਂ ਤਾਂ ਅਮੈਂਡਮੈਂਟ ਕਰੋਗੇ। ਜੇ ਉਹਦੇ ਵਿੱਚ ਗਲਤੀਆਂ ਸੀ ਜਾਂ ਹਨ ਤਾਂ ਤੁਸੀਂ ਪਹਿਲਾਂ ਕਿਉਂ ਕਹਿੰਦੇ ਰਹੇ ਕਿ ਇਹਦੇ ਵਰਗਾ ਕਾਨੂੰਨ ਕੋਈ ਨਹੀਂ? ਜੇ ਇਹਨਾਂ ਵਿੱਚ ਕੋਈ ਗਲਤੀਆਂ ਨਹੀਂ, ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਦੀ ਗੱਲ ਸੁਣਦੇ ਹੋਏ ਅਮੈਂਡਮੈਂਟਸ ਕਰਨੀਆਂ ਆ, ਤਾਂ ਫਿਰ ਤੁਸੀਂ ਕਿਸਾਨਾਂ ਦੀ ਗੱਲ ਇਹ ਕਿਉਂ ਨਹੀਂ ਸੁਣਦੇ ਕਿ ਉਹ ਇਸ ਕਾਨੂੰਨ ਨੂੰ ਰੱਦ ਕਰਨਾ ਚਾਹੁੰਦੇ ਨੇ, ਅਮੈਂਡਮੈਂਟਸ ਨਹੀਂ ਕਰਨੀਆਂ ਚਾਹੁੰਦੇ? ਸੋ ਮੋਦੀ ਨੂੰ ਆਪਣਾ ਜਿਹੜਾ ਅੜੀਆ ਦਾ ਰਵੱਈਆ ਹੈ ਛੱਡਣਾ ਚਾਹੀਦਾ ਹੈ। ਉਹਨੂੰ ਇੰਝ ਲੱਗਦਾ ਹੈ ਕਿ ਮੇਰਾ ਗੁਜਰਾਤ ਤੋਂ ਜਿਹੜਾ ਰੱਥ ਸ਼ੁਰੂ ਹੋਇਆ ਹੈ, ਜਿਹੜਾ ਲਗਾਤਾਰ ਚੜ੍ਹਦਾ ਹੀ ਜਾ ਰਿਹਾ, ਜਿਹੜਾ ਮਛਰਿਆ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਵੜ ਜਾਂਦਾ, ਕਦੀ ਬੰਗਾਲ ਦੇ ਵਿੱਚ ਵੜ ਗਿਆ, ਕਦੀ ਮੁਸਲਮਾਨਾਂ ਖਿਲਾਫ ਹੋ ਗਿਆ, ਕਦੀ ਕਸ਼ਮੀਰੀਆਂ ਖਿਲਾਫ ਹੋ ਗਿਆ, ਤੇ ਹੁਣ ਉਹ ਕਿਸਾਨਾਂ ਖਿਲਾਫ ਹੋਇਆ ਸੀ। ਪਰ ਉਹਨੇ ਇਹ ਭੁੱਲ ਗਿਆ ਕਿ ਕਿਸਾਨ ਉਹ ਕਲਾਸ ਆ ਜਿਹੜੀ ਹਰ ਵਕਤ ਇਹੋ ਜਿਹੇ ਭੂਤਰੇ ਸਾਨਾਂ ਨੂੰ ਨੱਥ ਪਾਉਣਾ ਜਾਣਦੀ ਆ, ਤੇ ਜੇ ਮੋਦੀ ਜਿਹੜਾ ਇਹਦੇ ਸਾਨ ਨੂੰ ਨਾਸੋਂ ਫੜ ਕੇ ਨੱਥ ਪਾਉਣੀ ਪਏ ਤਾਂ ਕਿਸਾਨ ਪਾ ਲੈਣਗੇ। ਜੀ ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ ਖੁੱਡਾ ਜੀ। ਗੁਰਪ੍ਰੀਤ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਜੋ ਵੀਰ ਤੇ ਪਰਚੇ ਕੀਤੇ ਗਏ ਨੇ, 307 ਦਾ ਪਰਚਾ ਕੀਤਾ ਗਿਆ ਹੈ, ਪੰਜਾਬ ਸਰਕਾਰ ਦਾ ਰਵੱਈਆ ਹੈ ਜਿਹੜਾ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ? ਪੰਜਾਬ ਸਰਕਾਰ ਦਾ ਰਵੱਈਆ ਵੀ ਬਹੁਤਾ ਠੀਕ ਨਹੀਂ। ਉਹ ਵੀ ਮੈਨੂੰ ਲੱਗਦਾ ਸੈਂਟਰ ਦੇ ਨਾਲ ਕਿਤੇ ਨਾ ਕਿਤੇ ਮਿਲੀ ਭੁਗਤ ਹੈ, ਜਾਂ ਉਹਨਾਂ ਨੂੰ ਇਹ ਡਰ ਸਤਾਉਂਦਾ ਹੋਏਗਾ ਵੀ ਅੱਜ BJP ਦਾ ਵਿਰੋਧ ਹੋ ਰਿਹਾ ਤੇ ਕੱਲ੍ਹ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਨਾਲ ਵੀ ਇੱਦਾਂ ਦਾ ਹੋ ਸਕਦਾ। ਉਹਨਾਂ ਨੇ ਨੌਜਵਾਨਾਂ ਨੂੰ ਡਰਾਉਣ ਦੇ ਲਈ ਇਹ ਪਰਚੇ ਜਿਹੜੇ ਆ ਕੀਤੇ ਹੋਣਗੇ। ਪਰ ਇਹ ਗੱਲ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਨੌਜਵਾਨ ਜਿਹੜੇ ਡਰਨੇ ਵਾਲੇ ਨਹੀਂ। ਜਿਹੜਾ ਵੀ ਸਾਡੇ ਕਿਸਾਨ ਵੀਰਾਂ ਦਾ ਵਿਰੋਧ ਕਰੇਗਾ, ਅਸੀਂ ਅੱਗੇ ਤੋਂ ਉਸ ਦਾ ਹਸ਼ਰ ਇਸ ਤੋਂ ਵੀ ਮਾੜਾ ਕਰਾਂਗੇ।
ਬਿਆਨ ਦਿੱਤਾ ਜਾਂਦਾ ਹੈ ਗਰੇਵਾਲ ਵੱਲੋਂ ਬਈ ਜਿਹੜੇ ਕਿਸਾਨ ਨੇ ਇਹ ਤਾਂ VIP ਹੋਟਲਾਂ 'ਚ ਰੁਕਦੇ ਨੇ, ਵਧੀਆ ਕਮਰੇ ਲੈਂਦੇ ਨੇ, 10-10 ਹਜ਼ਾਰ ਰੁਪਇਆ ਇੱਕ ਦਿਨ ਦਾ ਰੈਂਟ ਹੈ ਉਹ ਕਮਰਿਆਂ ਦਾ, ਤੇ ਕਿਸਾਨ ਸੜਕਾਂ ਤੇ ਰੋਲ ਰਹੇ ਨੇ। ਲੱਗਦਾ ਇੱਥੋਂ ਕੋਈ ਆਗੂ ਬਈ ਹੋਟਲਾਂ 'ਚ ਰੁਕਦਾ ਹੋਊਗਾ ਜਾ ਕੇ? ਗਰੇਵਾਲ ਸਾਹਿਬ ਤਾਂ ਇੱਕ ਦਿੰਦੇ ਨੇ ਜੀ ਉਹਨਾਂ ਦੇ, ਉਹ ਤਾਂ ਤੋਤੇ ਨੇ, ਕੁਝ ਵੀ ਕਹਾਇਆ ਜਾ ਸਕਦਾ ਉਹਨਾਂ ਕੋਲ ਨਾ, ਉਹ ਤਾਂ ਉਹਨਾਂ ਦੇ ਦਿੰਦੇ, ਉਹਨਾਂ ਵਿਚਾਰਿਆਂ ਨੂੰ ਮੈਂ ਨਹੀਂ ਸਮਝਦਾ ਵੀ ਕੋਈ, ਉਹ ਤਾਂ ਕੋਈ ਸਿਆਣੀ ਗੱਲ ਮੈਂ ਸੁਣੀ ਨਹੀਂ ਉਹਨਾਂ ਦੇ ਮੂੰਹੋਂ ਜੀ। ਦੂਜੀ ਗੱਲ ਜਿਹੜੀ ਤੁਸੀਂ ਹੁਣੇ ਹੀ ਕਰਦੇ ਸੀਗੇ ਵੀ ਕਾਨੂੰਨ ਜਿਹੜੇ ਪਾਸ ਕੀਤੇ ਸੈਂਟਰ ਨੇ ਨਾ, ਗੱਲ ਇਹ ਕਾਨੂੰਨਾਂ ਦੀ ਨਹੀਂ ਹੈਗੀ, ਇਹ ਤਾਂ ਸਾਡੀ ਹੋਂਦ ਦੀ ਲੜਾਈ ਆ। ਦੇਖੋ ਤੁਸੀਂ, ਜੇ ਕੋਈ ਇੰਜੀਨੀਅਰ ਰੋਡ ਦਾ ਮੈਪ ਤਿਆਰ ਕਰਦਾ, ਉਹਨੂੰ ਪਤਾ ਨਾ ਕੀ ਕਰਨਾ, ਇਹ 'ਚ ਕੀ ਖਾਮੀਆਂ, ਜਿਹੜੀ ਮਿੱਟੀ ਆ ਟੈਸਟ ਕਿਹੜੀ ਮਤਲਬ ਕਿੰਨੀ ਗ੍ਰੈਵਿਟੀ ਹੋਣੀ, ਕੀ ਹੋਣਾ ਚਾਹੀਦਾ ਨਾ। ਜੇ ਕੋਈ ਡਾਕਟਰ ਆ ਉਹ ਤਾਂ ਆਪਰੇਟ ਕਰੇ। ਜੇ ਹੁਣ ਮੋਦੀ ਸਾਹਿਬ ਕਹਿਣ ਵੀ ਇਹਦੇ ਮਤਲਬ ਉਹਦੇ ਪੇਟ ਦਰਦ ਹੋ ਰਹੀ, ਮੋਦੀ ਸਾਹਿਬ ਕਹਿਣ ਜੀ ਇਹਦਾ ਤਾਂ ਦਿਲ ਦਾ ਜਿਹੜਾ ਆਪਰੇਟ ਹੋਣਾ ਨਾ, ਤੇ ਉਹ ਮੈਂ ਜੀ ਫਾਈਲ ਸਾਈਨ ਕਰ ਦਿੱਤੀ ਹੈ, ਹੁਣ ਹੋਣਾ ਹੀ ਹੋਣਾ ਹੈ, ਫਾਈਲ ਬਣਾਤੀ ਹੈ, ਹੋਏਗਾ ਹੀ ਹੋਏਗਾ। ਇਸੇ ਤਰ੍ਹਾਂ ਹੀ ਅਸੀਂ ਇਹ ਗੱਲ ਉਹਨਾਂ ਨੂੰ ਸਮਝਾਉਣਾ ਚਾਹੁੰਦੇ, ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਉਹ ਮੰਨਣ ਨੂੰ ਤਿਆਰ ਨਹੀਂ। ਜਿਹੜਾ ਕਾਨੂੰਨ ਆ ਆਪਣੇ ਖੇਤੀਬਾੜੀ ਨਾਲ ਰਿਲੇਟਡ ਕਾਨੂੰਨ ਆ ਜਿੰਨੇ ਵੀ, ਇਹ ਸੈਂਟਰ ਦਾ ਅਧਿਕਾਰ ਖੇਤਰ 'ਚ ਹੈ ਹੀ ਨਹੀਂ, ਇਹ ਤਾਂ ਸਟੇਟ ਦੇ ਅਧਿਕਾਰ ਖੇਤਰ 'ਚ ਆ। ਕਿਉਂ ਸਟੇਟ ਦੇ ਅਧਿਕਾਰ ਖੇਤਰ 'ਚ ਆ? ਮੰਨ ਲਓ ਬਿਹਾਰ ਦੇ ਵਿੱਚ ਮਜ਼ਦੂਰ ਦੀ ਦਿਹਾੜੀ 200 ਰੁਪਈਆ ਹੈ, ਯੂਪੀ ਦੇ ਵਿੱਚ 250 ਰੁਪਈਆ ਹੈ, ਪੰਜਾਬ ਦੇ ਵਿੱਚ ਉਹੀ ਦਿਹਾੜੀ ਜਿਹੜੀ ਮਜ਼ਦੂਰ ਦੀ 400 ਰੁਪਈਆ ਹੈ। ਉਹ ਹਰੇਕ ਖਿੱਤੇ ਦੇ ਹਿਸਾਬ ਨਾਲ ਜਿਹੜਾ ਆ ਫਸਲ ਦਾ ਮੁੱਲ ਜਿਹੜਾ ਤੈਅ ਹੋਣਾ ਚਾਹੀਦਾ। ਹੋਣਾ ਕੀ ਚਾਹੀਦਾ ਹੈ? ਜਿਹੜਾ ਕਾਨੂੰਨ ਆ ਇਹ ਪੰਜਾਬ ਮਤਲਬ ਜੇ ਅਸੀਂ ਸਟੇਟ ਦੇ ਕਿਸਾਨ ਤੇ ਉੱਥੋਂ ਦੀ ਸਰਕਾਰ ਜਿਹੜੀ ਆ, ਜਿਹੜੀ ਸਟੇਟ ਸਰਕਾਰ ਆ, ਸਟੇਟ ਗਵਰਨਮੈਂਟ ਆ, ਉਹ ਰਲ ਕੇ ਕਾਨੂੰਨ ਜਿਹੜੇ ਤੈਅ ਕਰਨ ਵੀ ਇੱਥੇ ਜਿਹੜਾ ਫਸਲ ਦਾ ਮੁੱਲ ਕੀ ਹੋਣਾ ਚਾਹੀਦਾ, ਕਿਸਾਨ ਨੂੰ ਉਹਦਾ ਅਧਿਕਾਰ ਹੋਣਾ ਚਾਹੀਦਾ। ਮੰਨ ਲਓ ਇੱਕ ਫੈਕਟਰੀ ਵਾਲਾ ਕੋਈ ਨਟ ਵੀ ਤਿਆਰ ਕਰਦਾ, ਉਹਦੇ ਕੋਲ ਅਧਿਕਾਰ ਆ ਵੀ ਉਹਨੇ ਉਹਦਾ ਮੁੱਲ ਤੈਅ ਕਰਨਾ। ਮੇਰਾ ਗੁੜ ਦਾ ਕਾਰੋਬਾਰ ਆ, ਮੇਰੇ ਕੋਲ ਅਧਿਕਾਰ ਆ ਵੀ ਮੈਂ ਗੁੜ ਦਾ ਰੇਟ ਕੀ ਤੈਅ ਕਰਨਾ, ਗੰਨਾ ਮੈਂ ਕਿਸ ਰੇਟ ਤੇ ਲੈਣਾ, ਮੇਰੇ ਕੋਲ ਅਧਿਕਾਰ ਆ। ਫਿਰ ਕਿਸਾਨ 24 ਘੰਟੇ ਡਿਊਟੀ ਹੈ, ਕੋਈ ਛੁੱਟੀ ਨਹੀਂ ਹੈ, ਉਹਨੂੰ ਕਿਉਂ ਅਧਿਕਾਰ ਨਹੀਂ ਹੈ ਆਪਣੀਆਂ ਫਸਲਾਂ ਦਾ ਮੁੱਲ ਤੈਅ ਕਰਨ ਦਾ? ਸਾਡੀਆਂ ਫਸਲਾਂ ਦਾ ਮੁੱਲ ਤੈਅ ਜਿਹੜਾ ਉਹ AC 'ਚ ਬੈਠਾ ਇੱਥੇ ਦਿੱਲੀ ਕਰੇ ਤੇ ਸੱਪਾਂ ਦੀਆਂ ਸਦੀਆਂ ਮਿੰਦੇ, ਅਸੀਂ ਸਾਨੂੰ ਇਹ ਮਨਜ਼ੂਰ ਨਹੀਂ। ਇਸ ਕਰਕੇ ਅਸੀਂ ਆਪਣੀ ਹੋਂਦ ਦੀ ਲੜਾਈ ਲੜਾਂਗੇ, ਆਖਰੀ ਦਮ ਤੱਕ ਲੜਾਂਗੇ। ਜਾਂ ਇਹ ਜੰਗ ਅਸੀਂ ਜਿੱਤਾਂਗੇ ਜਾਂ ਮਰਾਂਗੇ, ਨਹੀਂ ਤੇ ਅਸੀਂ ਵਾਪਸ ਘਰਾਂ ਨੂੰ ਨਹੀਂ ਜਾਵਾਂਗੇ। ਨਾ ਹੀ ਅਸੀਂ ਸਪਰੇਆਂ ਪੀ ਕੇ ਮਰਾਂਗੇ, ਸਰਕਾਰ ਦੇ ਨਾਲ ਲੜ ਕੇ ਮਰਾਂਗੇ। ਸਾਡਾ ਇਹ ਮੰਨਣਾ, ਪਰ ਅਸੀਂ ਜੰਗ ਜਿੱਤਾਂਗੇ ਜ਼ਰੂਰ। ਸੁਪਰੀਮ ਕੋਰਟ 'ਚ ਵੀ ਪਟੀਸ਼ਨ ਪਾਈ ਗਈ ਹੈ ਇੱਕ ਵਕੀਲ ਵੱਲੋਂ ਬਈ ਇਹਨਾਂ ਨੂੰ ਉਠਾਇਆ ਜਾਵੇ। ਕਰੋਨਾ ਦਾ ਹਵਾਲਾ ਵੀ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਇਹਨਾਂ ਕਾਰਨ 3500 ਕਰੋੜ ਦਾ ਨੁਕਸਾਨ ਹੋ ਰਿਹਾ ਹੈ, ਰੋਜ਼ ਦਾ 3500 ਕਰੋੜ ਦਾ ਨੁਕਸਾਨ ਆ। ਤੇ ਤਬਲੀਗੀ ਜਮਾਤ ਦਾ ਵੀ ਹਵਾਲਾ ਦਿੱਤਾ ਗਿਆ ਹੈ ਬਈ ਜਿੱਦਾਂ ਉਹ ਲੋਕਾਂ ਨੂੰ ਉਠਾਇਆ ਗਿਆ ਤੇ ਇਹਨੂੰ ਉਠਾਇਆ ਜਾਵੇ, ਇੱਥੇ ਕੋਈ ਨਾ ਕੋਈ ਵੱਡੀ ਬਿਮਾਰੀ ਫੈਲਣ ਦਾ ਖਤਰਾ। ਕੀ ਕਹੇਂਗੇ? ਸੁਪਰੀਮ ਕੋਰਟ ਨੂੰ ਵੀ ਜੁਡੀਸ਼ਰੀ ਦੇਖੋ, ਮੀਡੀਆ ਇਹਨਾਂ ਦਾ, ਜੁਡੀਸ਼ਰੀ ਇਹਨਾਂ ਦੀ ਆ, ਪ੍ਰਸ਼ਾਸਨ ਇਹਨਾਂ ਦਾ, ਸਾਰੇ ਟੂਲ, ਇਹ ਕੋਈ ਵੀ ਟੂਲ ਜਿਹੜਾ ਆ ਵਰਤ ਸਕਦੇ ਨੇ ਕਿਸੇ ਦੇ ਵੀ ਖਿਲਾਫ। ਖਾਸ ਕਰਕੇ ਪੰਜਾਬ ਦੇ ਖਿਲਾਫ ਤਾਂ ਵਰਤਣਗੇ ਹੀ, ਕਿਉਂਕਿ ਇਹਨਾਂ ਨੂੰ ਚੁੱਭਦਾ ਹੀ ਹੈ ਪੰਜਾਬ ਵੀ ਜੇ ਪੂਰੇ ਹੁਣ ਮੁਲਕ ਨੂੰ ਇਸ ਟਾਈਮ ਲੀਡ ਕਰ ਰਿਹਾ ਪੰਜਾਬ, ਤੇ ਇਹਨਾਂ ਦੀ ਬਰਦਾਸ਼ਤ ਤੋਂ ਬਾਹਰ ਆ ਉਹ। ਤੁਸੀਂ ਦੇਖੋ ਰਾਮ ਮੰਦਿਰ ਜਦੋਂ ਉਸਾਰੀ ਹੋਣੀ ਸੀ, ਅਸੀਂ ਨਹੀਂ ਕਹਿੰਦੇ ਕਿਉਂ ਹੋਈ ਹੈ ਨਾ, ਪਰ ਉਸਾਰੀ ਹੋਣੀ ਸੀ ਉਦੋਂ ਕੋਈ ਇੱਥੇ ਕਰੋਨਾ ਨਹੀਂ ਸੀ। ਜਦੋਂ ਇਹਨਾਂ ਨੇ ਮਤਲਬ ਇਹਨਾਂ ਨੂੰ ਆਪਣੀ ਲੋੜ ਆ, ਉਦੋਂ ਕਰੋਨਾ ਨਹੀਂ ਹੈ। ਜਦੋਂ ਇਹਨਾਂ ਨੇ ਕਿਸੇ ਦੇ ਤਸ਼ੱਦਦ ਢਾਉਣਾ, ਕਰੋਨਾ ਦੀ ਆੜ ਦੇ ਵਿੱਚ ਢਾ ਸਕਦੇ ਨੇ। ਜਿਹੜੇ ਇਹ ਕਾਨੂੰਨ ਪਾਸ ਹੋਏ ਨੇ, ਇੱਕ ਤੇ ਐਮਰਜੈਂਸੀ ਹੋਵੇ ਤਾਂ ਫਿਰ ਜਾ ਕੇ ਕਿਤੇ ਜਿਹੜਾ ਇੱਦਾਂ ਜਿਹੜਾ ਤੁਸੀਂ ਕਰ ਸਕਦੇ ਹੋ, ਨਹੀਂ ਤੇ ਤੁਸੀਂ ਕਿਸਾਨਾਂ ਦੀ ਸਲਾਹ ਨਹੀਂ ਲਈ, ਤੁਸੀਂ ਕਿਸੇ ਸਟੇਟ ਦੀ ਸਲਾਹ ਨਹੀਂ ਲਈ, ਕਾਨੂੰਨ ਪਾਸ ਕਰ ਦਿੱਤੇ ਨਾ। ਇਹ ਤਾਂ ਸੁਪਰੀਮ ਕੋਰਟ ਨੂੰ ਵਿੱਚ ਪਾ ਸਕਦੇ ਨੇ, ਉਹ ਤੋਂ ਕਹਾ ਵੀ ਸਕਦੇ ਨੇ ਕੁਝ ਵੀ, ਪਰ ਇਹਨਾਂ ਦੇ ਮੂੰਹ ਦੇ ਉੱਤੇ ਇਹਨਾਂ ਦੀ ਹੀ ਸੁਪਰੀਮ ਕੋਰਟ ਨੇ ਜਿਹੜਾ ਆ ਚਪੇੜ ਮਾਰੀ ਇੱਕ ਕਿਸਮ ਦੀ ਵੀ ਕਿਸਾਨਾਂ ਨੂੰ ਵੀ ਪੂਰਾ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ। ਤੇ ਸੋ ਇਹਨਾਂ ਨੂੰ ਹੁਣ ਇਹ ਗੱਲ ਸਮਝ ਜਾਣੀ ਚਾਹੀਦੀ ਆ, ਆਪਣੇ ਜਿਹੜੇ ਕਾਨੂੰਨ ਆ ਵਾਪਸ ਲੈਣੇ ਚਾਹੀਦੇ ਆ। ਅੱਜ ਨਹੀਂ ਲੈਣਗੇ, ਜਦੋਂ ਲੈਣਗੇ ਅਸੀਂ ਤਾਂ ਬੈਠੇ ਆ, ਸਿਰਾਂ ਤੇ ਕੱਫਣ ਬੰਨ੍ਹ ਕੇ ਆਏ ਹੋਏ ਆ। ਅਸੀਂ ਇੱਦਾਂ ਵਾਪਸ ਨਹੀਂ ਜਾਣਾ, ਜਾਂ ਅਸੀਂ ਮਰ ਕੇ ਜਾਵਾਂਗੇ ਜਾਂ ਕਾਨੂੰਨ ਵਾਪਸ ਕਰਵਾ ਕੇ ਜਾਵਾਂਗੇ। ਜੀ ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਕੀ ਨਾਮ ਹੈ ਜੀ? ਗੁਰਨਾਮ ਸਿੰਘ ਮੂਨਕਾ ਜੀ। ਗੁਰਨਾਮ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਵੀਰ ਤੇ 307 ਦਾ ਪਰਚਾ ਦਰਜ ਕੀਤਾ ਗਿਆ ਹੈ ਗੋਹੇ ਦੀ ਟਰਾਲੀ ਸਿੱਟਣ ਕਾਰਨ? ਇੱਕ ਪਾਸੇ ਪ੍ਰਚਾਰ ਕਰ ਰਹੇ ਨੇ ਗਊ ਮੂਤਰ ਦਾ ਤੇ ਗੋਬਰ ਦਾ ਵੀ ਇਹ ਬਹੁਤ ਚੰਗਾ ਹੈ, ਇਹਨੂੰ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ, ਪੀਣ ਦਾ ਵੀ ਗਊ ਮੂਤ ਤੱਕ ਪੀਣ ਦੀ ਗੱਲ ਕਹੀ ਜਾਂਦੀ ਹੈ। ਕੀ ਲੱਗਦਾ ਗੋਹੇ ਨਾਲ ਕੋਈ ਬੰਦਾ ਮਰ ਜੂ? ਦੇਖੋ, ਸਾਨੂੰ ਜਾਣ ਤੋਂ ਪਹਿਲਾਂ ਇਹ ਗੱਲ ਪਤਾ ਨਹੀਂ ਸੀ ਕਿ ਜਿਹੜਾ ਅਸੀਂ ਕੰਮ ਕਰਨ ਚੱਲੇ ਆ ਕੋਈ ਇੰਨੀ ਖਤਰਨਾਕ ਚੀਜ਼ ਤੇ ਇੰਨੀਆਂ ਖਤਰਨਾਕ ਧਾਰਾਵਾਂ ਇਹਦੇ ਤੇ ਲੱਗਦੀਆਂ ਨੇ। ਹਾਲਾਂਕਿ ਸਾਨੂੰ ਇਹ ਕਲੀਅਰ ਸੀਗਾ ਕਿ ਜਦੋਂ ਪੋਲੀਟੀਕਲ ਲੋਕ ਜਿਹੜੇ ਨੇ ਇਹ ਕਿਸ ਤਰੀਕੇ ਨਾਲ ਝੂਠੇ ਸੱਚੇ ਪਰਚੇ ਕਰਵਾਉਂਦੇ ਨੇ, ਪਰ ਸਾਨੂੰ ਉੱਥੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਜਿਹੜਾ ਗੋਹਾ ਆ ਇੰਨਾ ਤਕੜਾ ਬੰਬ ਹੈਗਾ ਆ, ਕਿਉਂਕਿ ਉਹਦਾ ਜਿਹੜਾ ਵਿਰੋਧ ਜਿਹੜਾ ਨਿਕਲਿਆ, ਤਿਕਸਨ ਸੂਦ ਦੀ ਗੱਲ ਕਰ ਰਹੀ ਹੈ, BJP ਦੇ ਲੀਡਰਾਂ ਦੀ ਗੱਲ ਕਰੀਏ, ਅਸ਼ਵਨੀ ਦੀ ਸ਼ਰਮਾ ਦੀ ਗੱਲ ਕਰ ਰਹੀ, ਜਿਹੜਾ ਦਾ ਪ੍ਰਧਾਨ ਹੈਗਾ ਆ ਪੰਜਾਬ ਦਾ,
ਉਹ ਇਸ ਤਰੀਕੇ ਨਾਲ ਅੱਗੇ ਟਰੀਟ ਕੀਤਾ ਕਿ ਜਿਸ ਤਰੀਕੇ ਨਾਲ ਅਸੀਂ ਪਤਾ ਨਹੀਂ ਕੀ ਕਿਹੜਾ ਬੰਬ ਚਲਾ ਦਿੱਤਾ ਹੋਵੇ। ਸਾਨੂੰ ਤਾਂ ਇਹ ਵੀ ਗੱਲ ਲੱਗੀ ਹੈ ਕਿ ਗੋਹੇ ਦਾ ਜਿਹੜਾ ਧਮਾਕਾ ਉਹ ਦਿੱਲੀ ਤੱਕ ਹੋਇਆ ਹੈ, ਕਿਉਂਕਿ ਤੁਸੀਂ ਵੇਖੋ ਉਸ ਤੋਂ ਅਗਲੇ ਦਿਨ ਹੀ ਜਿਹੜੀ ਹੈਗੀ ਆ ਮੋਦੀ ਵੱਲੋਂ ਕਾਲ ਦਿੱਤੀ ਜਾਂਦੀ ਆ ਤੇ ਜਿਹੜੇ ਪੋਲੀਟੀਕਲ ਲੀਡਰਸ ਨੇ ਸਾਰਿਆਂ ਨੂੰ ਜਿਹੜਾ ਸੱਦਿਆ ਜਾਂਦਾ। ਅਸਲ ਦੇ ਵਿੱਚ ਜਿਹੜਾ ਸੱਚ ਇਹ ਹੈਗਾ ਕਿ ਕਾਰਨ ਕੀ ਨੇ, ਸਾਡਾ ਸੁੱਟਣ ਦਾ ਕਾਰਨ ਕੀ ਸੀ ਜਾਂ ਸਟੇਟ ਨੇ ਇੰਨੀ ਜਲਦੀ ਐਕਸ਼ਨ ਕਿਉਂ ਲਿਆ, ਕਿਉਂਕਿ ਐਕਸ਼ਨ ਜਿਹੜਾ ਇਹ ਦਿੱਲੀ ਤੋਂ ਹੋਇਆ ਨੇ। ਇਹ ਪ੍ਰੈਸ਼ਰਾਈਜ਼ ਮਤਲਬ ਐਸਐਚਓ ਦਾ ਤਬਾਦਲਾ ਕਰਨਾ ਜਿਹੜਾ ਹੈਗਾ ਆ ਸੀਐਮ ਵੱਲੋਂ, ਐਸਐਚਓ ਦੀ ਜ਼ਰੂਰਤ ਨਹੀਂ ਹੈਗੀ ਕੋਈ ਇਸ ਤਰੀਕੇ ਨਾਲ ਧਰਾਵਾਂ ਲਾ ਸਕੇ, ਉਹਨੂੰ ਪ੍ਰੈਸ਼ਰਾਈਜ਼ ਕਰਵਾ ਕੇ ਲਿਖਣਾ ਤੇ ਐਸਐਚਓ ਵੱਲੋਂ ਸਿਰਫ ਲਿਖੀਆਂ ਗਈਆਂ ਨੇ। ਅਸਲ ਦੇ ਵਿੱਚ ਜਿਹੜੀ ਇਹ ਮੋਦੀ ਸਰਕਾਰ ਹੈ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਤੁਸੀਂ ਵੇਖੋ ਕਿ ਇਹ ਲਗਾਤਾਰ ਉਹ ਕਾਨੂੰਨ ਐਸੇ ਲੈ ਕੇ ਆਏ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਸੀਗੇ। 370 ਧਾਰਾ ਰੱਦ ਕੀਤੀ ਗਈ, ਉਸ ਤੋਂ ਪਹਿਲਾਂ ਸੀਏ ਐਨਆਰਸੀ ਲਿਆਂਦਾ ਗਿਆ ਹੈਗਾ ਆ, ਹੈ ਨਾ। ਹੁਣ ਸੀਏ ਐਨਆਰਸੀ ਦੀ ਵੀ ਗੱਲ ਕਰੋ, ਲੋਕਡਾਊਨ ਲੱਗਦੇ ਹੀ ਨਾ ਘਰਾਂ ਦੇ ਵਿੱਚੋਂ ਅਸੀਂ ਦਿੱਲੀ, ਉਦੋਂ ਵੀ ਬਹੁਤ ਵਾਰੀ ਦਿੱਲੀ ਆਏ ਆ, ਬੋਲੇ ਆ, ਸੰਘਰਸ਼ ਵਿੱਚ ਹਮਾਇਤ ਕੀਤੀ ਹੈ, ਪੰਜਾਬੀ ਪ੍ਰੋਟੈਸਟ ਕੀਤੇ ਸੀ ਆਪਾਂ। ਉਦੋਂ ਤੁਸੀਂ ਦੇਖੋ ਲੋਕਡਾਊਨ ਲਾਉਂਦੇ ਸਾਰ ਹੀ ਇਹਨਾਂ ਨੇ ਘਰਾਂ 'ਚੋਂ ਚੱਕ ਕੇ UAPA ਲਾ ਕੇ ਸਟੂਡੈਂਟਸ ਨੂੰ ਜਿਹੜਾ ਅੰਦਰ ਜੇਲ੍ਹਾਂ ਵਿੱਚ ਸੁੱਟ ਦਿੱਤਾ। ਹੁਣ ਪ੍ਰੋਬਲਮ ਇਹ ਆ ਕਿ ਇਹ ਪਹਿਲਾ ਤੇ ਆਖਰੀ ਕਾਨੂੰਨ ਨਹੀਂ ਹੈਗਾ ਕਿਸਾਨੀ ਵਾਲਾ। ਕਿਸਾਨੀ ਤੋਂ ਇਲਾਵਾ ਵੀ ਨਾ ਕੋਈ ਇੱਕ ਲੰਮੀ ਕਤਾਰ ਆ ਕਾਨੂੰਨਾਂ ਦੀ, ਜਿਹੜੇ ਨਵੇਂ ਕਾਨੂੰਨ ਆਪਣੀ ਬਹੁਤ ਗਿਣਤੀ ਨੂੰ ਖੁਸ਼ ਕਰਨ ਦੇ ਲਈ ਜਿਹੜਾ ਇਹ 2022 ਦੇ ਵਿੱਚ ਇਲੈਕਸ਼ਨ ਹੋਣੀ ਉਹਨੂੰ ਜਿੱਤਣ ਦੇ ਸਾਰਾ ਕੁਝ ਇਹ ਕਰ ਰਹੇ ਨੇ। ਤੇ ਸਾਡਾ ਵੀ ਸੁੱਟਣ ਦਾ ਕਾਰਨ ਇਹੀ ਸੀ ਕਿ ਇਹਨਾਂ ਦੀ ਬੋਲਤੀ ਜਿਹੜੀ ਬੰਦ ਕੀਤੀ ਜਾਵੇ, ਕਿਉਂਕਿ ਇਹ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹ ਕਿਸਾਨੀ ਸੰਘਰਸ਼ ਨਹੀਂ ਹੈਗਾ, ਇਹ ਅੱਜ ਪੂਰੀ ਦੁਨੀਆ ਦਾ ਸੰਘਰਸ਼ ਬਣ ਚੁੱਕਾ। ਇਹਨੂੰ ਦੁਨੀਆ ਵਾਚ ਕਰ ਰਹੀ ਹੈ, ਦੁਨੀਆ ਵੇਖ ਰਹੀ ਹੈ। ਬਾਹਰੋਂ ਲੋਕ ਸਾਡੇ ਇੱਥੇ ਆ ਰਹੇ ਨੇ, ਇੰਨੀ ਸਖਤੀ ਹੋਣ ਦੇ ਬਾਵਜੂਦ ਵੀ, ਕਰੋਨਾ ਹੋਣ ਦੇ ਬਾਵਜੂਦ ਵੀ ਸਪੈਸ਼ਲ ਫਲਾਈਟ ਲੈ ਕੇ ਸਿੱਧੇ ਦਿੱਲੀ ਉਤਰਦੇ, ਸਿੱਧਾ ਘਰ ਜਾਣ ਤੋਂ ਪਹਿਲਾਂ ਸ਼ੰਭੂ ਹਾਜ਼ਰੀ ਇੱਥੇ ਜਿਹੜੀ ਹੈ ਸੰਘੂ ਹਾਜ਼ਰੀ ਲੱਗ ਰਹੀ ਹੈਗੀ ਆ। ਕਾਰਨ ਹੈ ਕਿ ਇਹ ਜੇ ਮੋਰਚਾ ਕਿਸਾਨ ਅਸੀਂ ਜਿੱਤਾਂਗੇ ਤੇ ਆਉਣ ਵਾਲੇ ਇਹਨਾਂ ਦੇ ਨਵੇਂ ਕਾਨੂੰਨ ਜਿਹੜੇ ਲੈ ਕੇ ਆਣੇ ਉਹਨਾਂ ਨੂੰ ਇੱਕ ਬੰਨ ਲੱਗਣਾ ਹੈ। ਉਸ ਬੰਨ ਤੋਂ ਡਰਦੇ ਹੋਏ ਦਚੂਤੀ ਵਿੱਚ ਨੇ ਇਹ ਹਾਰੇ ਹੋਏ ਨੇ, ਸਿਰਫ ਐਲਾਨ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਡਰ ਹੈ ਕਿ ਅਸੀਂ ਹਾਰ ਗਏ ਤੇ ਆਉਣ ਵਾਲੇ ਸਮੇਂ 'ਚ ਸਾਡਾ ਬਹੁਤ ਬੁਰਾ ਹਾਲ ਹੋਏਗਾ। ਤੇ ਟਿਕਸ਼ਨ ਸੂਦ ਦੇ ਘਰ ਗੋਹਾ ਸੁੱਟ ਕੇ ਅਸੀਂ ਇਹਨਾਂ ਦੀ ਵੀ ਬੋਲਤੀ ਬੰਦ ਕਰਵਾਈ ਹੈ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ ਪੋਲੀਟੀਕਲ ਲੀਡਰ BJP ਦਾ ਜਾਂ ਕਿਸਾਨੀ ਸੰਘਰਸ਼ ਦੇ ਖਿਲਾਫ ਬੋਲੇਗਾ ਤੇ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਤੇ ਹੁਣ ਅਸੀਂ ਸਿਰਫ ਸੰਕੇਤਕ ਨੌਜਵਾਨ ਹੈ, ਗਿਣਤੀ ਦੇ ਨੌਜਵਾਨ ਹੈ, ਸਿਰਫ ਇੱਕ ਟਰਾਲੀ ਲੈ ਕੇ ਆਏ ਹਾਂ ਤੇ ਇਸ ਤੋਂ ਅਗਲਾ ਐਕਸ਼ਨ ਇਸ ਤੋਂ ਵੀ ਜ਼ਬਰਦਸਤ ਹੋਏਗਾ। ਕਿਵੇਂ ਦਾ ਹੋਏਗਾ ਆਉਣ ਵਾਲਾ ਸਮਾਂ ਤੈਅ ਕਰੇਗਾ, ਪਰ ਇਹ ਆਵਾਜ਼ ਹੁਣ ਆਪਣੀ ਉਹ ਗਲਤੀਆਂ ਦੁਬਾਰਾ ਨਾ ਦੁਹਰਾਉਣ। ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਸੁਖਜਿੰਦਰ ਸਿੰਘ ਜੀ। ਸੁਖਜਿੰਦਰ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਜੋ ਪੰਜਾਬ ਸਰਕਾਰ ਦਾ ਰਵੱਈਆ? ਇਹ ਕਹਿ ਰਹੇ ਨੇ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਹੱਕ 'ਚ ਖੜੇ ਆ, ਪਰ ਦੂਜੇ ਪਾਸੇ ਕੈਪਟਨ ਦੀ ਖਾਕੀ 307 ਜੇ ਪਰਚੇ ਕਰਦੀ ਆ ਗੋਹਾ ਸੁੱਟਣ ਦੇ। ਦੇਖੋ ਜੀ, ਜਿਹੜੇ ਕੈਪਟਨ ਸਾਹਿਬ ਆ ਉਹ ਕਿਸਾਨਾਂ ਦੇ ਨਾਲ ਉਦੋਂ ਤੱਕ ਹੀ ਆ ਜਦ ਤੱਕ 2022 ਦੀਆਂ ਵੋਟਾਂ ਨਹੀਂ ਪੈਂਦੀਆਂ। ਉਹ ਵੋਟਾਂ ਕੈਸ਼ ਕਰਨ ਲਈ ਆ। ਦੂਸਰੀ ਗੱਲ, ਜਿਹੜਾ ਕੈਪਟਨ ਆ ਉਹ ਇਹਨਾਂ ਦਾ ਕਰਿੰਦਾ ਆ, ਚੰਡੀਗੜ੍ਹ ਦਾ ਗਵਰਨਰ ਆ। ਉੱਥੇ ਚੰਡੀਗੜ੍ਹ ਦੀ ਕੁਰਸੀ ਤੇ ਉਹੀ ਬਹਿ ਸਕਦਾ ਆ ਜਿਹੜਾ ਤੋਤੇ ਵਾਂਗੂ ਸੈਂਟਰ ਦੀ ਹਾਂ 'ਚ ਹਾਂ ਮਿਲਾਵੇ। ਕੈਪਟਨ ਸਾਹਿਬ ਦੀ ਉਹਨਾਂ ਨੇ ਫਾਈਲ ਬਣਾਈ ਆ, ਇਕੱਲੇ ਕੈਪਟਨ ਸਾਹਿਬ ਦੀ ਨਹੀਂ, ਜਿੰਨੀਆਂ ਵੀ ਇੱਥੇ ਮੁੱਖ ਧਾਰਾ ਦੀਆਂ ਪਾਰਟੀਆਂ ਆ ਉਹਨਾਂ ਦੇ ਭ੍ਰਸ਼ਟਾਚਾਰ ਦੀ ਸਾਰੀ ਫਾਈਲ ਬਣਾਈ ਆ। ਜਦੋਂ ਵੀ ਇਹ ਕੁਝ ਪੰਜਾਬ ਦੇ ਪੱਖੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਸੋਚਦੇ ਆ, ਉਦੋਂ ਫਿਰ ਉਹ ਸਟੈਂਡ ਲੈਣ ਦੀ ਕੋਸ਼ਿਸ਼ ਕਰਦੇ ਆ। ਉਹ ਇਹਨਾਂ ਨੂੰ ਐਂ ਕਰਕੇ ਫਾਈਲ ਦਿਖਾ ਦਿੰਦੇ ਕਿ ਬੰਦੇ ਦੇ ਪੁੱਤ ਬਣ ਜਾਓ, ਆਹ ਫਾਈਲ ਆ ਤੇ ਆਹ ਤਿਹਾੜ ਜਿਹੜਾ ਇੱਥੇ ਸੁੱਟਾਂਗੇ, ਤੇ ਇਹ ਫਿਰ ਬੰਦੇ ਦੇ ਪੁੱਤ ਬਣ ਕੇ ਮੀਸਣੇ ਜਿਹੇ ਹੋ ਕੇ ਬਹਿ ਜਾਂਦੇ ਆ। ਤੇ ਇਹ ਜਿਹੜੇ ਪਰਚੇ ਆ ਇਹ ਵੀ ਸੈਂਟਰ ਦੇ ਦਬਾਅ ਨਾਲ ਜਿਹੜੇ ਆ ਉਹ ਹੋਏ ਆ, ਇਦਾਂ ਨਹੀਂ ਮਤਲਬ ਇਦਾਂ ਬਣਦੇ ਨਹੀਂ ਪਰਚੇ ਜੀ। ਇੱਕ ਨਾ ਵੀਰ ਜੀ, ਜਿੱਦਾਂ ਦੇਖਿਆ ਜਾਵੇ ਜੇ ਗੋਹੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਏ, ਜੇ ਇਹਨਾਂ ਦੀ ਆਪਾਂ ਆਮ ਪਿੰਡਾਂ 'ਚ ਰਹਿਣੇ ਵਾਲੇ ਆ, ਸਾਡੇ ਪਿੰਡਾਂ 'ਚੋਂ ਮੰਗ ਕੇ ਵੀ ਲੈ ਕੇ ਜਾਂਦੇ ਨੇ ਸ਼ਹਿਰਾਂ 'ਚ, ਜਦੋਂ ਕੋਈ ਵੀ ਇਹਨਾਂ ਨੇ ਜਗਰਾਤਾ ਵਗੈਰਾ ਕਰਾਉਣਾ ਹੋਰ ਵੀ ਉਦੋਂ ਇਹਨਾਂ ਲੇਪ ਕੀਤਾ ਜਾਂਦਾ ਏ, ਜਾਂ ਫਿਰ ਇਹਦੀ ਖਾਦ ਦੀ ਤੌਰ ਤੇ ਵੀ ਵਰਤਿਆ ਜਾਂਦਾ, ਗਮਲਿਆਂ 'ਚ ਪਾਉਣ ਨੂੰ ਵੀ ਵਰਤਦੇ ਨੇ। ਪਰ ਅੱਜ ਇਹ ਇੰਨਾ ਖਤਰਨਾਕ ਹੋ ਗਿਆ ਕਿ ਇਸ ਤੇ 307 ਵਰਗੀਆਂ ਧਾਰਾਵਾਂ ਲੱਗਣ ਲੱਗ ਗਈਆਂ ਜੇ ਕਿਸੇ ਦੇ ਘਰ ਅੱਗੇ ਸਿੱਟਦਾ। ਕੀ ਲੱਗਦਾ ਤੁਹਾਨੂੰ ਆਉਣ ਵਾਲਾ ਟਾਈਮ ਕਿੱਦਾਂ ਦਾ ਹੋਊਗਾ? ਜਿਹੜਾ ਇਹ ਅੱਜ ਇਹ ਕੁਝ ਹੋ ਰਿਹਾ ਹੈ, ਆਉਣ ਵਾਲੇ ਟਾਈਮ 'ਚ ਕੀ ਹੋਣਾ ਹੈ? ਦੇਖੋ, ਇਸ ਚੀਜ਼ ਤੋਂ ਇਹਨਾਂ ਦੀ ਸਮਝ ਦਾ ਜਨਾਜ਼ਾ ਨਿਕਲਦਾ ਹੈ ਕਿ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਪਿਛਲੇ ਸਮੇਂ, ਬਾਦਲ ਸਰਕਾਰ ਦੇ ਸਲਾਹਕਾਰ ਰਹੇ ਨੇ, ਇਹਨਾਂ ਦੀ ਸੋਚ ਸਮਝ ਤੁਸੀਂ ਵੇਖੋ। ਇੱਕ ਪਾਸੇ ਤੇ ਤੁਹਾਡੀ ਪਾਰਟੀ ਜਿਹੜਾ ਹੈ ਇਹਨੂੰ ਕੋਹੇ ਨੂਰ ਹੀਰੇ ਦੱਸ ਰਹੀ ਹੈ, ਮਤਲਬ ਉਸ ਤੋਂ ਵੀ ਮਹਿੰਗੀ ਕੋਸਟਲੀ ਚੀਜ਼ਾਂ ਇਹਨੂੰ ਦੱਸ ਰਹੀ ਹੈ। ਦੂਸਰੇ ਪਾਸੇ ਇੱਕ ਗੋਹਾ ਸੁੱਟਦੇ ਸਾਰੀ ਮੈਂ ਤੁਹਾਨੂੰ ਦੱਸ ਕਿ ਜਦੋਂ ਤੀਕਸ਼ਣ ਸੂਦ ਹੁਣੀ ਇਹ 10-11 ਮਿੰਟ ਦਾ ਸਾਰਾ ਪ੍ਰੋਸੈਸ ਜਿਹੜਾ ਉੱਥੇ ਵਾਪਰਿਆ ਹੈਗਾ ਆ, ਤੇ 5-7 ਮਿੰਟ ਤੋਂ ਉਹਨੂੰ ਸਮਝ ਨਹੀਂ ਆਈ ਕਰੀਏ ਕੀ, ਕਿਉਂਕਿ ਦਰਵਾਜ਼ਾ ਖੁੱਲ੍ਹਾ ਰਹੇ ਸੀਗੇ, ਵੀਡੀਓ 'ਚ ਖੜੇ ਸਾਹਮਣੇ ਦਿਖ ਰਹੇ ਸੀਗੇ, ਆਰਾਮ ਨਾਲ ਖੜੇ ਸੀਗੇ ਪਾਰਕ 'ਚ। ਮੈਂ ਕਿ ਲਾਸਟ ਜਿਹੜੇ ਮਤਲਬ 5 ਤੋਂ 7 ਮਿੰਟ ਜਿਹੜੇ ਨੇ ਉਹ ਅੰਦਰ ਸਾਡੇ ਨਾਲੋਂ ਵੱਧ ਨੇ ਗਿਣਤੀ ਵਿੱਚ ਉਹ, ਕਿਉਂਕਿ ਨਵਾਂ ਸਾਲ ਸੀਗਾ, ਲੋਕ ਉਹਨਾਂ ਨੂੰ ਵਿਸ਼ ਕਰਨ ਆ ਰਹੇ ਸੀ, ਦਰਵਾਜ਼ਾ ਖੁੱਲ੍ਹਾ ਸੀਗਾ। ਜਦੋਂ ਅਸੀਂ ਆ ਕੇ ਰੋਕ ਕੇ ਉੱਥੇ ਗੋਹਾ ਸੁੱਟ ਰਹੇ ਹਾਂ, ਉਦੋਂ ਹੀ 2 ਗੱਡੀਆਂ ਲੱਗ ਕੇ ਆ ਕੇ ਸਾਡੇ ਰੁਕੀਆਂ ਨੇ, ਉਤਰ ਕੇ ਚੁੱਪ ਕਰਕੇ ਅੰਦਰ ਚਲੇ ਗਏ ਨੇ। 5-7 ਮਿੰਟ ਸਮਝ ਨਹੀਂ ਆਈ ਕਰੀਏ ਕੀ। ਪੁਲਿਸ ਨੂੰ ਕਾਲਸ ਕੀਤੀਆਂ, ਉਹਨਾਂ ਨੇ ਆਪਣੇ ਹੋਰ
ਕਰਿੰਦੇ ਨੂੰ ਕਾਲ ਕੀਤੀਆਂ ਹੋਊਗਾ, ਜਦੋਂ ਪੁਲਿਸ ਆ ਗਈ ਉਸ ਤੋਂ ਬਾਅਦ ਉਹ ਬਾਹਰ ਨਿਕਲੇ ਨੇ। ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਮਤਲਬ ਗੁੱਸਾ ਸੀ ਇਸ ਤਰੀਕੇ ਨਾਲ ਸੀ ਜਿੱਦਾਂ ਅਸੀਂ ਕਿਸੇ ਦੇ ਨਿੱਜੀ ਪਰਿਵਾਰ ਨੂੰ ਮਾੜਾ ਚੰਗਾ ਬੋਲ ਦਈਏ, ਜਿਹਦਾ ਅਸੀਂ ਕਹਿ ਲਈਏ ਅਸੀਂ ਮਾਂ ਨੂੰ ਬਾਪ ਦੇ ਖਿਲਾਫ ਜਰ ਨਹੀਂ ਸਕਦੇ, ਜਿਹਦਾ ਐਕਸ਼ਨ ਅਸੀਂ ਜਵਾਬ ਦਿੱਤਾ ਹੈ। ਕਿਉਂਕਿ ਜਿਹੜੇ ਇੱਥੇ ਬੈਠੇ ਨੇ ਉਹ ਕੌਣ ਨੇ? ਉਹ ਸਾਡੇ ਮਾਂ-ਬਾਪ ਨੇ, ਸਾਡੇ ਬਜ਼ੁਰਗ ਨੇ, ਸਾਡੀਆਂ ਭੈਣਾਂ ਨੇ, ਇੱਥੋਂ ਨਿਤ ਲਾਸ਼ਾਂ ਉੱਠਣੀਆਂ ਨੇ, ਉਹਨਾਂ ਦੇ ਖਿਲਾਫ ਤੂੰ ਭੱਦੀ ਸ਼ਬਦਾਵਲੀ ਬੋਲੇ। ਅਸੀਂ 2 ਦਿਨ 4 ਦਿਨ 5 ਦਿਨ 10 ਦਿਨ ਵੇਟ ਕਰਨ ਤੋਂ ਬਾਅਦ ਕਿ ਤੂੰ ਬਾਜ਼ ਆ ਜਾਵੇਂ, ਪਰ ਇਹਦੇ ਕੋਲ ਕੋਈ ਪ੍ਰਤੀਕਰਮ ਨਹੀਂ ਆਉਂਦਾ, ਕੰਡੈਮ ਨਹੀਂ ਆਪਣੇ ਨੂੰ ਕੀਤਾ ਜਾਂਦਾ। ਤੇ ਜਿੱਦਣ ਇਹ ਸਾਰਾ ਪ੍ਰੋਸੈਸ ਹੋ ਜਾਂਦਾ ਉਸ ਦਿਨ ਇਹ ਕਹਿੰਦਾ ਕਿ ਤਰੋੜ ਮਰੋੜ ਕੇ ਬਿੱਲ ਜਿਹੜਾ ਹੈਗਾ ਆ ਮੇਰਾ ਬਿਆਨ ਜਿਹੜਾ ਪੇਸ਼ ਕੀਤਾ ਗਿਆ ਕਿ ਮੈਂ ਇਸ ਤਰੀਕੇ ਨਾਲ ਨਹੀਂ ਕਿਹਾ ਸੀ। ਉਸ ਦਿਨ ਕਿਹਾ ਜਦੋਂ ਇਹ ਕਾਨੂੰਨ ਰੱਦ ਹੋਣ ਦੀ ਗੱਲ ਚੱਲਦੀ ਹੈ, ਗੱਲ CM ਤੱਕ, ਦਿੱਲੀ ਤੱਕ ਚਲੀ ਜਾਂਦੀ ਆ। ਹੁਣ ਤੁਸੀਂ ਦੇਖੋ ਕਿ ਉਹਦਾ ਐਕਸ਼ਨ ਜਿਹੜਾ ਆਉਂਦਾ ਇਹ ਕੀ ਕੀਤਾ ਤੁਸੀਂ, ਹੁਣ ਇਹ ਮਾਹੌਲ ਖਰਾਬ ਕਰੋਗੇ। ਤੇ ਮੇਰਾ ਜਵਾਬ ਸੀ ਮਾਹੌਲ ਤੁਸੀਂ ਖਰਾਬ ਕਰ ਰਹੇ ਹੋ। ਜੇ ਮਾਹੌਲ ਖਰਾਬ ਕਰਨਾ ਹੁੰਦਾ ਸੀ ਸ਼ੰਭੂ ਬੈਰੀਅਰ ਤੋਂ ਜਦੋਂ ਅਸੀਂ ਚੱਲੇ ਆ ਬਿਨਾਂ ਸਰਕਾਰ ਦੇ ਕਰਿੰਦਿਆਂ ਦਾ, ਪੁਲਿਸ ਡਿਪਾਰਟਮੈਂਟ ਦਾ, ਏਜੰਸੀਆਂ ਦਾ, ਇਹਨਾਂ ਦੀ ਪ੍ਰਾਪਰਟੀ ਗੱਡੀਆਂ ਦਾ ਬਿਨਾਂ ਨੁਕਸਾਨ ਕੀਤੇ ਅਸੀਂ ਦਿੱਲੀ ਤੱਕ ਪਹੁੰਚੇ ਹਾਂ। ਬੈਰੀਕੇਡ ਤੋੜ ਕੇ ਪਹੁੰਚੇ ਹਾਂ, ਇਹਨਾਂ ਦਾ ਬਿਨਾਂ ਨੁਕਸਾਨ ਕੀਤਾ, ਬਿਨਾਂ ਜਾਨੀ ਨੁਕਸਾਨ ਅਸੀਂ ਤੱਕ ਪਹੁੰਚੇ ਹਾਂ। ਇਸ ਤੋਂ ਵੱਡਾ ਪੀਸਫੁਲੀ ਪ੍ਰੋਟੈਸਟ ਕਿੱਥੇ ਹੋ ਸਕਦਾ ਹੈ? ਉਸ ਤੋਂ ਦੂਜੀ ਮਿਸਾਲ ਹੈ ਕਿ ਇੱਥੇ ਐਡਾ ਵੱਡਾ ਜ਼ਬਰਦਸਤ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਇੰਨਾ ਕੁਛ ਤੇ ਸਰਕਾਰ ਦੀਆਂ ਏਜੰਸੀਆਂ ਵੱਲੋਂ ਜੋ ਲਗਾਤਾਰ ਕੀਤਾ ਜਾ ਰਿਹਾ ਸੀਗਾ, ਅਸੀਂ ਉਹਨੂੰ ਫੜਿਆ ਆ। ਅਸੀਂ ਮੀਨਸ ਕਿ ਜਥੇਬੰਦੀਆਂ ਦੇ ਨੌਜਵਾਨਾਂ ਨੇ ਆਪਣੇ ਮਰਜ਼ੀ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਨੇ ਗੰਦੀਆਂ ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ ਸੀਗੀਆਂ। ਇੱਥੇ ਜੋ ਅਸੀਂ ਪਹਿਲੇ ਦਿਨ ਐਂਟਰ ਹੋਏ ਆ 27 ਤਰੀਕ ਨੂੰ ਇੱਥੇ ਪਹੁੰਚੇ ਆ ਅਸੀਂ, ਤੇ ਜਦੋਂ ਇੱਥੋਂ ਗੋਲੇਬਾਰੀ ਕੀਤੀ ਜਾਂਦੀ ਹੈ, ਬੰਬ ਚਲਾਏ ਜਾਂਦੇ ਨੇ, ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ, ਇਹਨਾਂ ਦੇ ਨੌਜਵਾਨ ਆ ਕੇ ਹਫੜਾ ਦਫੜੀ ਜਦੋਂ ਮੱਚਦੀ ਹੈ ਟਾਇਰਾਂ ਵਿੱਚ ਸੂਏ ਮਾਰਦੇ ਨੇ, ਸੂਏ ਮਾਰੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਇੱਥੇ ਨੌਜਵਾਨ ਆਉਂਦੇ ਨੇ ਜਿਹੜੇ ਗਲਤ ਪ੍ਰਚਾਰ ਕਰਦੇ ਨੇ, ਇੱਥੇ ਨੌਜਵਾਨ ਆਉਂਦੇ ਨੇ ਜਿਹੜੇ ਵੀਡੀਓ ਬਣਾਉਂਦੇ ਨੇ, ਇਹ ਕੁੜੀਆਂ ਭੇਜੀਆਂ ਜਾਂਦੀਆਂ ਨੇ ਨੌਜਵਾਨਾਂ ਦੇ ਕੈਂਪਾਂ ਵਿੱਚ ਆ ਕੇ ਜਿਹੜੀ ਬੈਠਦੀਆਂ ਨੇ। ਹਜ਼ਾਰਾਂ ਤਰੀਕੇ ਦੀਆਂ ਇਹਨਾਂ ਨੇ ਕੰਦੇ ਜਿਹੜੇ ਅਪਣਾਏ ਨੇ, ਪਰ ਅਕਾਲ ਪੁਰਖ ਨੇ ਅੰਗ ਸੰਗ ਸਹਾਈ ਹੋ ਕੇ ਜਥੇਬੰਦੀਆਂ ਦੀ ਸੂਝ-ਬੂਝ ਦੇ ਨਾਲ ਸਾਰੇ ਕਾਬੂ ਕੀਤੇ ਗਏ ਨੇ। ਇਹ ਜਿਹੜੀ ਚੀਜ਼ ਇਹਨਾਂ ਨੂੰ ਚੁੱਭਦੀ ਹੈ, ਇਸ ਚੀਜ਼ ਤੋਂ ਨੂੰ ਜਲਣ ਹੋ ਰਹੀ ਹੈ ਕਿਉਂਕਿ ਜਿਹਦਾ ਇਹਦਾ ਸਿਰ ਹੈ ਸਿਰਾ ਪੰਜਾਬ ਦੇ ਸਿਰ ਜਾਂਦਾ ਹੈ। ਤੇ ਪੰਜਾਬ ਤੋਂ ਇਹ ਤਕਲੀਫ ਇੰਦਰਾ ਗਾਂਧੀ ਨੂੰ ਵੀ ਸੀਗੀ ਜਦੋਂ ਐਮਰਜੈਂਸੀ ਲਾਈ ਜਾਂਦੀ, ਸਭ ਤੋਂ ਤਕਲੀਫ ਉਹਨੂੰ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਬੋਲਿਆ ਸੀ। ਤੇ ਅੱਜ ਵੀ ਪੰਜਾਬ ਬੋਲਿਆ ਜਿਹੜਾ ਪਿੱਟ ਸਿਆਪਾ ਕਰਦੇ ਕਿ ਪੰਜਾਬ ਦੇ ਕਿਸਾਨ ਰੋਲਾ ਪਾਉਂਦੇ ਨੇ, ਪੰਜਾਬ ਦੇ ਕਿਸਾਨ ਰੋਲਾ ਪਾਉਂਦੇ ਨੇ, ਪਰ ਅੱਜ ਇੱਥੇ ਪੂਰੀ ਇੰਡੀਆ ਦੇ ਜਿਹੜੀਆਂ ਬਾਕੀ ਸਟੇਟਸ ਆ ਕੇ ਖੜੀਆਂ ਨੇ ਤੇ ਉਹਦੇ ਕਰਕੇ ਅੱਜ ਇਸ ਚੀਜ਼ ਤੋਂ ਫਿਕਰਮੰਦ ਨੇ ਕਿ ਆਉਣ ਵਾਲੇ ਸਮੇਂ 'ਚ ਸਾਡੇ ਗੱਲ ਨੂੰ ਜਿਹੜਾ ਹੱਥ ਪਾਉਣ ਜਿਹੜੇ ਉਹ ਜਾ ਰਹੇ ਨੇ ਹੈਗੇ ਨੇ। ਇਹ ਸਮੱਸਿਆ ਹੈਗੀ ਜੀ ਇਹਨਾਂ ਦੀ। 26 ਤਰੀਕ ਦਾ ਕੀ ਲੱਗਦਾ ਹੈ ਜਿਹੜਾ ਐਲਾਨ ਕੀਤਾ ਗਿਆ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕਰਨ ਦਾ, ਟੈਂਕਾਂ ਦੇ ਬਰਾਬਰ ਪਰੇਡ ਕਰਨ ਦਾ, ਕੀ ਲੱਗਦਾ ਹੈ ਕਿੰਨੇ ਕੁ ਟਰੈਕਟਰ ਆਉਣਗੇ ਪੰਜਾਬ ਤੋਂ? ਦੇਖੋ ਟਰੈਕਟਰਾਂ ਦੀ ਜਿਹੜੀ ਗੱਲ ਹੈ ਇਸ ਚੀਜ਼ ਤੋਂ ਜਿਹੜਾ ਇਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਕਿਸਾਨੀ ਸੰਘਰਸ਼ ਪੰਜਾਬ ਤੋਂ ਦਿੱਲੀ ਦੀਆਂ ਬਰੂਹਾਂ ਤੇ ਐਡੇ ਤਗੜੇ ਇਕੱਠ ਦੇ ਨਾਲ ਪਹੁੰਚ ਜਾਏਗਾ ਜਿੱਥੇ ਇਹਨਾਂ ਦੀਆਂ ਪੂਰੀਆਂ ਏਜੰਸੀਆਂ ਫੇਲ ਹੋਈਆਂ ਨੇ। ਦੂਸਰੀ ਗੱਲ ਕਿ ਜਿਹੜੀ ਲਾਸਟ ਅਸੀਂ ਟਰੈਕਟਰ ਰੈਲੀ ਦਿੱਲੀ ਦੇ ਵਿੱਚ ਕੀਤੀ ਹੈ ਉਸ ਤੋਂ ਜਿਹੜੀ ਸੈਂਟਰ ਸਰਕਾਰ ਆ ਬਹੁਤ ਚਿੰਤਕ ਹੈਗੀ ਆ ਕਿਉਂਕਿ ਇਹਦੀਆਂ ਫੋਨ ਕਾਲਸ ਲੀਡਰਸ ਨੂੰ ਇਕੱਲੇ ਬੰਦੇ ਨੂੰ ਪਰਸਨਲੀ ਮਤਲਬ ਕਿਸੇ ਨਾ ਕਿਸ ਤਰੀਕੇ ਨਾਲ ਜਿਹੜਾ ਉਹਦੀ ਸੂਹ ਲਈ ਜਾ ਰਹੀ ਹੈ, ਕੌਣ ਆ ਰਿਹਾ, ਕਿੰਨੇ ਆ ਰਹੇ ਨੇ, ਕਿੱਥੋਂ ਆ ਰਹੇ ਨੇ। ਇੱਕ ਗੱਲ ਤੈਅ ਹੈ ਜੀ, ਲੋਕਾਂ ਵਿੱਚ ਇੰਨਾ ਜ਼ਿਆਦਾ ਜਨੂਨ ਆ ਕਿਉਂਕਿ ਉਸ ਦਿਨ ਅਸੀਂ ਇੱਥੇ ਨਹੀਂ ਸੀ, ਪੰਜਾਬ ਸੀ। ਪੰਜਾਬ ਦੇ ਵਿੱਚ ਕਿਸੇ ਨੇ ਕਾਲ ਨਹੀਂ ਦਿੱਤੀ ਸੀ, ਪਰ ਆਪਣੇ ਲੈਵਲ ਤੇ ਲੋਕਾਂ ਨੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਜਿਹੜੇ ਉੱਥੇ ਟਰੈਕਟਰ ਰੈਲੀ ਉਦੋਂ ਵੀ ਕੀਤੀਆਂ ਨੇ, ਹੁਣ ਵੀ ਲਗਾਤਾਰ ਜਾਰੀ ਨੇ, ਸਾਡੇ ਮੁਕੇਰੀਆਂ ਵਿੱਚ ਵੀ ਹੋ ਰਹੀ ਹੈਗੀ, ਹੋਰ ਵੀ ਥਾਵਾਂ ਤੇ ਹੋ ਰਹੀ ਨੇ। ਤੇ 26 ਨੂੰ ਇਹਨਾਂ ਦੀਆਂ ਏਜੰਸੀਆਂ ਵੀ ਫੇਲ ਨੇ ਤੇ ਕਿਸਾਨ ਜਥੇਬੰਦੀਆਂ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਜਿੰਨੇ ਵੱਡੇ ਪੱਧਰ ਦੇ ਉੱਪਰ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਉਹ ਟਰੈਕਟਰ ਲੈ ਕੇ, ਟਰੈਕਟਰ ਵਾਲਾ ਟਰੈਕਟਰ ਤੇ ਗੱਡੀਆਂ ਕਾਰਾਂ ਵਾਲੇ ਆਪਣੇ ਗੱਡੀਆਂ ਕਾਰਾਂ ਜਿਹੜੇ ਪਹੁੰਚ ਰਹੇ, ਜਿਹਦੀ ਸ਼ੁਰੂਆਤ ਹੋ ਚੁੱਕੀ ਆ। ਤੁਸੀਂ ਵੇਖੋ ਲਗਾਤਾਰ ਟਰੈਕਟਰ ਆਉਣੇ ਜਿਹੜੇ 2 ਦਿਨ ਤੋਂ ਲਗਾਤਾਰ ਇੱਥੇ ਸ਼ੁਰੂ ਜਿਹੜੇ ਹੋ ਚੁੱਕੇ ਨੇ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਵੀਰ ਜਿਹੜੇ ਪਹੁੰਚੇ ਨੇ ਹੁਸ਼ਿਆਰਪੁਰ ਤੋਂ, ਤੇ ਪਰਮਜੀਤ ਸਿੰਘ ਵੀਰ ਸੀਗੇ, ਪਰਮਜੀਤ ਸਿੰਘ ਮੰਡ, ਜਿਨ੍ਹਾਂ ਵੱਲੋਂ ਬੀਜੇਪੀ ਆਗੂ ਤਿਕਸਨ ਸੂਦ ਦੇ ਘਰ ਦੇ ਅੱਗੇ ਗੋਹਾ ਉਤਾਰਿਆ ਜਾਂਦਾ, ਟਰਾਲੀ ਉਤਾਰੀ ਜਾਂਦੀ ਆ, ਤੇ ਉਸ ਤੋਂ ਬਾਅਦ ਇਹ ਦਿੱਲੀ ਪਹੁੰਚੇ ਨੇ। ਇਹਨਾਂ ਦਾ ਕਹਿਣਾ ਹੈ ਕਿ 26 ਨੂੰ ਵੀ ਅਸੀਂ ਵੱਡੀ ਗਿਣਤੀ ਵਿੱਚ ਸਹੂਲੀਅਤ ਕਰਾਂਗੇ ਤਾਂ ਕਿ ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਣ ਤੇ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਕੁੰਡਲੀ ਬਾਰਡਰ, ਦਿੱਲੀ।